ਆਪਾਂ ਲਾਸਟ ਲੈਕਚਰ 'ਚ ਪੋਲਨ ਗ੍ਰੇਨ ਬਾਰੇ ਪੜ੍ਹਿਆ ਸੀਗਾ, ਤਾਂ ਅੱਜ ਆਪਾਂ ਪੋਲਨ ਗ੍ਰੇਨ ਤੋਂ ਅੱਗੇ ਸਟਰਕਚਰ ਬਾਰੇ ਪੜਾਂਗੇ ਵੀ। ਹਾਲੇ ਤੱਕ ਆਪਾਂ ਜਿੰਨਾ ਵੀ ਪੋਲਨ ਗ੍ਰੇਨ ਯਾਨੀ ਕਿ ਮਾਈਕਰੋਸਪੋਰ ਪੜ੍ਹਿਆ, ਮਾਈਕਰੋਸਪੋਰ ਉਹ ਇਮੈਚੋਰ ਸੀਗਾ, ਹਾਲੇ ਤੱਕ ਉਹ ਇਮੈਚੋਰ ਸੀਗਾ, ਮਤਲਬ ਉਹਦੇ ਵਿੱਚ ਅਬਿਲਿਟੀ ਨਹੀਂ ਸੀਗੀ ਵੀ ਹਜੇ ਉਹ ਫਰਟੀਲਾਈਜ਼ ਕਰ ਸਕੇ ਅੱਗੇ। ਤਾਂ ਆਪਾਂ ਨੇ ਕੀ ਕਰਨਾ, ਹਜੇ ਉਹਨੂੰ ਮੈਚੋਰ ਕਰਨਾ, ਉਸ ਦੀ ਡਿਵੈਲਪਮੈਂਟ ਨੂੰ ਆਪਾਂ ਕਹਿੰਦੇ ਹਾਂ ਮਾਈਕਰੋਗੈਮੀਟੋਜੈਨੇਸਿਸ, ਠੀਕ ਹੈ ਜੀ। ਬਟ ਉਸ ਤੋਂ ਪਹਿਲਾਂ ਆਪਾਂ ਕੁਝ ਪੋਲਨ ਗ੍ਰੇਨ ਦੇ ਕਰੈਕਟਰਿਸਟਿਕਸ ਬਾਰੇ ਪੜ੍ਹਦੇ ਹਾਂ, ਯਾਨੀ ਕਿ ਜਿਵੇਂ ਕਿ ਸਭ ਤੋਂ ਲਾਰਜੈਸਟ ਪੋਲਨ ਗ੍ਰੇਨ ਕਿਹਦੇ ਵਿੱਚ ਮਿਲਦਾ ਆਪਣੇ ਕੋਲ, ਮਿਰਾਬਿਲਿਸ ਵਿੱਚ। ਕੁਐਸਚਨ ਆਉਂਦਾ ਹੁੰਦਾ ਨੇਮ ਦਾ ਪਲਾਂਟ ਇਨ ਵਿਚ ਲਾਰਜੈਸਟ ਪੋਲਨ ਗ੍ਰੇਨਸ ਆਰ ਫਾਊਂਡ, ਤਾਂ ਉਸਦਾ ਨਾਮ ਹੈਗਾ, ਪਲਾਂਟ ਦਾ ਨਾਮ ਹੈਗਾ ਮਿਰਾਬਿਲਿਸ। ਬਟ ਇੱਕ ਹੋਰ ਕੁਐਸਚਨ ਆਇਆ ਲੌਂਗੈਸਟ ਦਾ, ਆਪਾਂ ਗੱਲ ਕੀਤੀ ਲਾਰਜੈਸਟ ਦੀ, ਬਟ ਲੌਂਗੈਸਟ ਹੁੰਦਾ ਹਮੇਸ਼ਾ ਜ਼ੂਸਟੇਰਾ ਵਿੱਚ। ਈਵਨ ਉਹ ਮਿਰਾਬਿਲਿਸ ਵਾਲੇ ਪੋਲਨ ਗ੍ਰੇਨ ਤੋਂ ਵੀ ਬੜਾ ਹੁੰਦਾ, ਕਿਉਂ? ਕਿਉਂਕਿ ਇਹਦੇ ਵਿੱਚ ਰਿਬਨ ਲਾਈਕ ਪੋਲਨ ਗ੍ਰੇਨਸ ਹੁੰਦੇ ਨੇ। ਰਿਬਨ ਲਾਈਕ ਕਿਉਂ ਹੈ? ਕਿਉਂਕਿ ਕਿਹਦੇ ਵਿੱਚ ਹੈ, ਇਕੁਐਟਿਕ ਹੈ ਇਹ ਪਲਾਂਟ, ਕੀ ਹੈ ਇਕੁਐਟਿਕ। ਰਿਬਨ ਲਾਈਕ ਦਾ ਇਹਨੂੰ ਤੈਰਨ ਵਿੱਚ ਹੈਲਪ ਕਰਦਾ, ਸਵਿਮ ਕਰਨ 'ਚ ਹੈਲਪ ਕਰਦੇ ਨੇ ਪੋਲਨ ਗ੍ਰੇਨ। ਤੇ ਸਮੋਲੈਸਟ ਕਿਹਦੇ ਵਿੱਚ ਮਿਲਦਾ ਹੈ, ਮਾਇਓਸੋਟਿਸ, ਨਾਮ ਕੀ ਹੈ ਮਾਇਓਸੋਟਿਸ। ਸਮੋਲੈਸਟ ਪੋਲਨ ਗ੍ਰੇਨ ਕਿਹਦੇ ਵਿੱਚ ਮਿਲਦੇ ਨੇ, ਮਾਇਓਸੋਟਿਸ। ਇਹ ਸੀਗੇ ਕੁਛ ਆਪਣੇ ਕੋਲ ਜਨਰਲ ਟਰਮਸ ਜਿਹੜੇ ਕਿ ਪੁੱਛ ਲੈਂਦੇ ਨੇ ਆਮ ਕਰਕੇ, ਲੌਂਗੈਸਟ, ਲਾਰਜੈਸਟ ਐਂਡ ਸਮੋਲੈਸਟ। ਤੇ ਇੱਕ ਹੋਰ ਟੌਪਿਕ ਹੁੰਦਾ ਪੋਲਨ ਦਾ, ਜਿਹਨੂੰ ਆਪਾਂ ਕਹਿੰਦੇ ਹਾਂ ਪੋਲਨ ਵਾਇਬਿਲਿਟੀ। ਵਾਇਬਿਲਿਟੀ ਦਾ ਮਤਲਬ ਕੀ ਹੁੰਦਾ? ਵਾਇਬਿਲਿਟੀ ਦਾ ਮਤਲਬ ਹੁੰਦਾ ਹੈ ਕਿੰਨੀ ਕੁ ਲਾਈਫ ਹੋਵੇ, ਲਾਈਫ ਕਿੰਨੀ ਕੁ, ਮਤਲਬ ਹੁਣ ਅਗਰ ਆਪਾਂ ਪੋਲਨ ਵਾਇਬਿਲਿਟੀ ਦੀ ਗੱਲ ਕਰੀਏ, ਪੋਲਨ ਵਾਇਬਿਲਿਟੀ ਦਾ ਮਤਲਬ ਹੈ ਜਦੋਂ ਇਹ ਬਣਿਆ ਤੋਂ ਬਾਅਦ ਜਦ ਤੱਕ ਇਹ ਪੋਲਨ ਟਿਊਬ ਬਣਾਏਗਾ। ਪੋਲਨ ਟਿਊਬ ਹੁਣ ਆਪਾਂ ਗੱਲ ਕਰਾਂਗੇ ਕਿ ਪੋਲਨ ਟਿਊਬ ਮਤਲਬ ਕੀ ਹੈ, ਜਦੋਂ ਤੱਕ ਇਹ 'ਚ ਅਬਿਲਿਟੀ ਹੈ ਵੀ ਇਹ ਫਰਟੀਲਾਈਜ਼ ਕਰ ਸਕੇ ਐਗ ਨੂੰ, ਉਹਨੂੰ ਆਪਾਂ ਕਹਿੰਦੇ ਹਾਂ ਪੋਲਨ ਵਾਇਬਿਲਿਟੀ। ਅਗਰ ਪੋਲਨ ਵਾਇਬਿਲਿਟੀ ਮੰਨ ਲਓ ਕਿਸੇ ਦੀ ਪੋਲਨ ਵਾਇਬਿਲਿਟੀ ਹੈਗੀ 30 ਡੇਜ਼, ਮਤਲਬ ਅਗਰ 30 ਡੇਜ਼ ਦੇ ਅੰਦਰ ਇਹ ਪੋਲਨ ਫੀਮੇਲ ਸਟਿਗਮਾ ਤੱਕ ਪਹੁੰਚ ਗਿਆ, ਠੀਕ ਹੈ ਜੀ, ਤਾਂ ਫਰਟੀਲਾਈਜ਼ੇਸ਼ਨ ਹੋ ਜਾਏਗੀ। ਬਟ ਅਗਰ 30 ਡੇਜ਼ ਕ੍ਰੋਸ ਹੋ ਗਏ, ਮਤਲਬ 31st ਡੇ ਆ ਗਿਆ, ਅਗਰ ਇਹ ਆ ਵੀ ਗਿਆ ਤਾਂ ਵੀ ਪੋਲਨ ਗ੍ਰੇਨ ਨੇ ਅੱਗੇ ਰਿਪਰੋਡਿਊਸ ਨਹੀਂ ਕਰਨਾ, ਕਿਉਂਕਿ ਇਹਦੀ ਵਾਇਬਿਲਿਟੀ ਖਤਮ ਹੋ ਗਈ, ਮਰ ਚੁੱਕੇ ਕਿਸ ਤਰ੍ਹਾਂ। ਐਵੇਂ ਹੀ ਕਈ ਪੋਲਨ ਦੀ ਵਾਇਬਿਲਿਟੀ ਹੁੰਦੀ ਹੈ ਕੁਛ ਦਿਨ, ਕਈਆਂ ਦੀ 5 ਦਿਨ ਹੁੰਦੀ ਹੈ, ਜਿਵੇਂ ਵੀਟ ਹੋ ਗਿਆ, ਰਾਈਸ ਹੋ ਗਿਆ। ਕਈਆਂ ਦੀ ਮੰਥਸ ਤੱਕ ਹੁੰਦੀ ਹੈ, ਮੰਥ, ਜਿਵੇਂ ਕਿ ਰੋਜ਼ੇਸੀ ਫੈਮਿਲੀ ਆ ਗਈ, ਰੋਜ਼ੇਸੀ ਫੈਮਿਲੀ, ਠੀਕ ਹੈ ਜੀ। ਆਪਾਂ ਪੋਲਨ ਨੂੰ ਸਟੋਰ ਵੀ ਕਰਕੇ ਰੱਖ ਸਕਦੇ ਹਾਂ। ਸਟੋਰ ਕਿਵੇਂ ਕਰਾਂਗੇ? ਐਵੇਂ ਤਾਂ ਹੈ ਨਹੀਂ ਕਿ ਸਟੋਰ ਕਰਨ ਲਈ ਇੱਕ ਮੀਡੀਅਮ ਹੁੰਦਾ, ਆਪਾਂ ਕਰਦੇ ਹਾਂ -196 ਡਿਗਰੀ ਸੈਲਸੀਅਸ ਤੇ ਇਹਨੂੰ ਸਟੋਰ। ਕੁਐਸਚਨ ਆਉਂਦਾ ਹੁੰਦਾ ਅਗਰ ਆਪਾਂ ਕਿਸੇ ਚੀਜ਼ ਨੂੰ ਸਟੋਰ ਕਰਦੇ ਹਾਂ -196 ਡਿਗਰੀ ਸੈਲਸੀਅਸ, ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਉਸ ਨੂੰ ਆਪਾਂ ਕਹਿੰਦੇ ਹਾਂ ਕ੍ਰਾਇਓ ਪ੍ਰੀਜ਼ਰਵੇਸ਼ਨ। ਉਸ ਨੂੰ ਆਪਾਂ ਕਹਿੰਦੇ ਹਾਂ ਕ੍ਰਾਇਓ ਪ੍ਰੀਜ਼ਰਵੇਸ਼ਨ। ਅਗਰ ਆਪਾਂ ਕਿਸੇ ਚੀਜ਼ ਨੂੰ ਸਟੋਰ ਕਰਦੇ ਹਾਂ -196 ਲਿਕੁਇਡ ਨਾਈਟ੍ਰੋਜਨ ਬੇਸਿਕਲੀ, ਉਹਨੂੰ ਆਪਾਂ ਕਹਿੰਦੇ ਹਾਂ ਕ੍ਰਾਇਓ ਪ੍ਰੀਜ਼ਰਵੇਸ਼ਨ, ਠੀਕ ਹੈ ਜੀ। ਇਹ ਸੀ ਕੁਝ ਆਪਣੇ ਕੋਲ ਟਰਮਸ। ਹੁਣ ਆਪਾਂ ਸ਼ੁਰੂ ਕਰਨੀ ਹੈ ਮਾਈਕਰੋਗੈਮੀਟੋਜੈਨੇਸਿਸ। ਆਪਾਂ ਇਹ ਤੋਂ ਪਹਿਲਾਂ ਪੜ੍ਹਿਆ ਸੀਗਾ ਮਾਈਕਰੋਸਪੋਰੋਜੈਨੇਸਿਸ, ਆਪਾਂ ਨੇ ਪੋਲਨ ਗ੍ਰੇਨ ਬਣਾਤਾ, ਬਟ ਹੁਣ ਆਪਾਂ ਮੈਚੋਰ ਬਣਾਉਣਾ। ਇਹਦੇ ਵਿੱਚ ਆਪਣੇ ਕੋਲ 2 ਇਵੈਂਟਸ ਹੋਣਗੇ, ਪ੍ਰੀ ਪੋਲੀਨੇਸ਼ਨ ਐਂਡ ਉਸ ਤੋਂ ਬਾਅਦ ਆਏਗਾ ਆਪਣੇ ਕੋਲ ਪੋਸਟ ਪੋਲੀਨੇਸ਼ਨ। ਹੁਣ ਆਪਾਂ ਪੜਾਂਗੇ ਸਭ ਤੋਂ ਪਹਿਲਾਂ ਪ੍ਰੀ ਪੋਲੀਨੇਸ਼ਨ। ਪੋਲੀਨੇਸ਼ਨ ਦਾ ਹੁੰਦੇ ਸਭ ਤੋਂ ਪਹਿਲਾਂ ਥੋੜਾ ਬਹੁਤਾ ਆਪਾਂ ਉਹੀ ਪੜ੍ਹਦੇ ਹਾਂ। ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਕੋਲ ਐਂਥਰ ਹੁੰਦਾ ਹੈ, ਸਟਿਗਮਾ, ਸਟਾਈਲ ਐਂਡ ਓਵਰੀ। ਇਸ ਤੋਂ ਬੰਦੇ ਨੇ ਆਪਣੇ ਕੋਲ ਪੋਲਨ ਗ੍ਰੇਨ। ਅਗਰ ਪੋਲਨ ਗ੍ਰੇਨ ਪੂਰੇ ਦੀ ਉਰੇ ਟ੍ਰਾਂਸਫਰ ਹੁੰਦੇ ਨੇ, ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਪੋਲੀਨੇਸ਼ਨ। यानी कि pollination is a process of transfer of pollen grain from anther to the stigma is called pollination, ठीक है। ਹੁਣ ਇਹ ਕੀ ਹੈ, ਪ੍ਰੀ ਪੋਲੀਨੇਸ਼ਨ, ਯਾਨੀ ਕਿ ਪੋਲੀਨੇਸ਼ਨ ਹੋਣ ਤੋਂ ਪਹਿਲਾਂ ਇਸ ਦੇ ਅੰਦਰ ਆਪਣੇ ਕੋਲ ਕੀ ਚੇਂਜਸ ਆ ਰਹੇ, ਯਾਨੀ ਕਿ ਜਦੋਂ ਅਜੇ ਮਾਈਕਰੋਸਪੋਰ ਕਿੱਥੇ ਪਿਆ, ਐਂਥਰ ਦੇ ਅੰਦਰ, ਯਾਨੀ ਕਿ ਪੋਲਨ ਗ੍ਰੇਨ ਕਿੱਥੇ ਪਿਆ, ਐਂਥਰ ਦੇ ਅੰਦਰ ਹੀ ਪਿਆ, ਤਾਂ ਉਹਦੇ ਵਿੱਚ ਕੀ ਚੇਂਜਸ ਆ ਰਹੇ ਨੇ। ਤਾਂ ਇੱਧਰ ਦੇਖੋ, ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈ, ਪੋਲਨ ਗ੍ਰੇਨ। ਆਪਾਂ ਨੇ ਪਿਛਲੇ ਲੈਕਚਰ ਦੱਸਿਆ ਸੀਗਾ ਪੋਲਨ ਗ੍ਰੇਨ ਕਿਵੇਂ ਬਣਦਾ, ਯਾਨੀ ਕਿ ਮਾਈਕਰੋਸਪੋਰ। ਇਹ 'ਚ ਪਜ਼ਲ ਨਹੀਂ ਹੋਣਾ, ਪੋਲਨ ਗ੍ਰੇਨ ਔਰ ਮਾਈਕਰੋਸਪੋਰਸ ਆਰ ਸਿਮਿਲਰ। ਬਾਹਰਲੀ ਲੇਅਰ ਐਗਜ਼ਾਈਮ, ਅੰਦਰਲੀ ਲੇਅਰ ਇੰਟਾਈਮ। ਆ ਸਾਰਾ ਅੱਗੇ ਸਾਈਟੋਪਲਾਜ਼ਮ, ਦੇਣਾ ਨਿਊਕਲੀਅਸ ਆ। ਜਦੋਂ ਪ੍ਰੀ ਪੋਲੀਨੇਸ਼ਨ ਇਵੈਂਟ ਸਟਾਰਟ ਹੁੰਦਾ, ਮੈਚੋਰ ਹੋਣਾ ਸਟਾਰਟ ਹੁੰਦਾ, ਤਦ ਕੀ ਹੁੰਦਾ, ਅੰਦਰਲਾ ਸੈੱਲ ਏਸਿਮੈਟ੍ਰਿਕਲੀ ਡਿਵਾਈਡ ਕਰਦਾ। ਏਸਿਮੈਟ੍ਰਿਕ ਡਿਵੀਜ਼ਨ ਹੁੰਦੀ ਹੈ। ਏਸਿਮੈਟ੍ਰਿਕ ਡਿਵੀਜ਼ਨ ਦਾ ਕੀ ਮਤਲਬ ਹੁੰਦਾ? ਏਸਿਮੈਟ੍ਰਿਕ ਡਿਵੀਜ਼ਨ ਦਾ ਮਤਲਬ ਹੁੰਦਾ ਜਿਹੜੇ ਕਿ 2 ਸੈਲਸ ਬਣਨਗੇ,
वो अनइक्वल होंगे कि छोटा है कि बड़ा है, बट डिवीजन कितनी होंगे सिर्फ न्यूक्लियस न्यूक्लियस डिवाइड होना शुरू हो रहा है, यानी कि डिवीजन सिर्फ अंदरली होंगी है, एंडोमाइटोसिस कह लो चाहे किसी की अंदरले पासे डिवीजन स्टार्ट हो गया, डिवाइड हो गया, दो सेल बन गए, तुम देख लो एक का बड़ा सेल है एक का छोटा सेल। हूँ इन्हों के नाम भी कुछ होंगे, इन्हों आप कहते हैं वेजिटेटिव सेल या फिर ट्यूब न्यूक्लियस या फिर ट्यूब सेल, इसमें आप कहते हैं जनरेटिव सेल। वेजिटेटिव सेल एंड जनरेटिव सेल ये सारे की ने अपने को प्री पोलिनेशन इवेंट, प्री पोलिनेशन मतलब कि पोलिनेशन होने तो पहला पहला, ठीक है। मोस्ट ऑफ द पोलन ग्रेन्स के अंदर मोस्टली 60% ਜਿਹੜੇ ਡਿਹਾਈਸੈਂਸ ਹੁੰਦੇ, ਡਿਹਾਈਸੈਂਸ मतलब कि ਜਦੋਂ ਰਿਲੀਜ਼ ਹੁੰਦੇ ਨੇ ਐਂਥਰ ਤੋਂ ਸਟਿਗਮਾ ਤੱਕ, ਯਾਨੀ ਕਿ ਜਦੋਂ ਪੋਲੀਨੇਸ਼ਨ ਹੁੰਦੀ ਹੈ ਉਦੋਂ 2 ਸੈਲਡ ਸਟੇਜ ਵਿੱਚ ਹੁੰਦੇ ਨੇ, 2 ਸੈਲਡ ਸਟੇਜ। ਇਹ ਕਿਹੜੀ ਸਟੇਜ ਹੈ? 2 ਸੈਲ, ਇੱਕ ਵੈਜੀਟੇਟਿਵ ਇੱਕ ਜਨਰੇਟਿਵ। ਇਹਨੂੰ ਵੈਜੀਟੇਟਿਵ ਤੇ ਜਨਰੇਟਿਵ ਯਾਨੀ ਕਿ ट्यूब सेल ਤੇ ਜਨਰੇਟਿਵ ਸੈਲ ਕਿਉਂ ਕਹਿ ਰਹੇ ਇਹ ਅੱਗੇ ਜਾ ਕੇ ਆਪਾਂ ਨੂੰ ਪਤਾ ਲੱਗ ਜੂਗਾ, ਬਟ ਜਦੋਂ ਪੋਲਨ ਗ੍ਰੇਨ ਰਿਲੀਜ਼ ਹੁੰਦਾ ਉਦੋਂ ਮੋਸਟਲੀ 2 ਸੈਲਡ ਸਟੇਜ ਵਿੱਚ ਹੁੰਦਾ ਹੈ, ਬਟ 40% ਦੇ ਕੇਸਿਸ ਵਿੱਚ ਕੀ ਹੁੰਦਾ 3 ਸੈਲਡ ਸਟੇਜ। ਹੁਣ ਆਪਣੇ ਕੋਲ ਤਾਂ ਹੈਗੇ ਨੇ 2 ਸੈਲ, 3 ਸੈਲ ਕਿੱਥੋਂ ਬਣਨਗੇ? ਨਾਮ ਕੀ ਹੈ ਨਾ ਜਨਰੇਟਿਵ ਸੈਲ, यानी कि कुछ जनरेट करेगा, इस तो ही 2 मेल गैमेट्स बनते हैं। जनरेटिव सेल तो ही अगे 2 मेल गैमेट बनते हैं, ताकि करके नाम की है जनरेटिव सेल, ठीक है जी। ऐसी का सारा प्री पोलिनेशन इवेंट। हम आप आगे करनी है पोस्ट पोलिनेशन इवेंट। अपने को पोलिनेशन हो जाएगी, इस तो बाद तो नोमेनक्लेचर रिलीज हो गया, हम अपने को की होगी पोलिनेशन होगी। पोलिनेशन की होएगा एंथर तो स्टिग्मा ते की गिर जाएगा, पोलन ग्रेन गिर जाएगा। हम अपने को नेक्स्ट क्या आएगा पार्ट पोस्ट पोलिनेशन चेंजेस। पोस्ट पोलिनेशन चेंजेस, ठीक है। पोस्ट पोलिनेशन में क्या आएगा अपने को? पोलन ग्रेन आगे उड़ेगी, तो उन्होंने क्या हमेशा 2 सेल स्टेज में गिरेगा। 2 सेल स्टेज का मतलब क्या होगा? एक वेजिटेटिव एक जनरेटिव। वेजिटेटिव तो जनरेटिव तो अपन कम तो पता लग गया भी जनरेटिव का काम की बनाता है मेल गैमेट्स, किन्ने वो भी 2, ठीक है। यानी कि अगर मैं बनावा अपने को 2 मेल गैमेट्स बनते हैं। तो एवं ही कुछ ट्यूब न्यूक्लियस का काम भी होगा, जिन्हों को वेजिटेटिव सेल कह रहे हैं, ठीक है जी। पोस्ट पोलिनेशन चेंजेस में क्या है? जोड़ा आह पोलन ग्रेन है, जोड़ा कि आप कह रहे हैं 2 सेल स्टेज में है या फिर 3 सेल बन चुके हैं, हम मैच्योर हो गया, 3 सेल स्टेज होगी। तो वेजिटेटिव सेल की बनाएगा पोलन ट्यूब। पोलन ट्यूब का यूज करना, इधर देखो क्या नाम ਜਿਹੜਾ ਵੈਜੀਟੇਟਿਵ ਸੈੱਲ ਸੀਗਾ ਉਹ ਗਰੋ ਕਰਨਾ ਸਟਾਰਟ ਹੋਇਆ ਤੇ ट्यूब न्यूक्लियस ਇਹਦੇ ਵਿੱਚ ਚਲਾ ਜਾਂਦਾ। ਤਾਂ ट्यूब ਵੈਜੀਟੇਟਿਵ ਸੈੱਲ ਜਾਂ ਫਿਰ ट्यूब न्यूक्लियस ਹੀ ਆਪਣੇ ਨੂੰ ਕੀ ਬਣਾ ਰਿਹਾ? पोलन ट्यूब। पोलन ट्यूब स्टाइल ਦੇ ਵਿੱਚੋਂ ਜਾਂਦੀ ਹੁੰਦੀ ਹੈ। स्टाइल ਦੇ ਵਿੱਚੋਂ ਕਿਉਂ? ਕਿਉਂਕਿ स्टाइल ਕੀ ਹੈ ਸ਼ੂਗਰ ਵਗੈरह ਰਿਲੀਜ਼ ਕਰਦਾ ਹੈ, ਕੈਮੀਕਲ ਵਗੈरह ਰਿਲੀਜ਼ ਕਰਦਾ ਹੈ। ਤਾਂ ਉਸ ਤੋਂ ਬਾਅਦ पोलन ट्यूब के बाद बाकी चली होंगे, बट इस तो पहले एक अपने को कंडीशन होती है पोलन पिस्टल कंपैटिबिलिटी, पोलन पिस्टल इंट्रैक्शन। अगर सेम स्पीशीज़ का पोलन होएगा ਜਿਹੜੇ फ्लावर के स्टिग्मा से गिर रहे हैं, अगर यही स्पीशीज़ का पोलन आएगा तो ही अपने को पोलन ट्यूब बनेगी। अगर किसी और स्पीशीज़ आ गया दैन पोलन ट्यूब नहीं बनेगी। है ना, आपको कहते हैं पोलन पिस्टल इंट्रैक्शन। पोलन पिस्टल इंट्रैक्शन का मतलब होता है सेम स्पीशीज़ का पोलन ग्रेन ही सेम स्पीशीज़ की ओवरी में जाके फर्टिलाइज करेगा। अगर किसी और स्पीशीज़ आ गया दैन पोलन ट्यूब फॉर्मेशन ही नहीं होनी, तो मिल्क बिड नहीं आना। हुण क्वेश्चन आता नेक्स्ट, जी आप पोलन ट्यूब बनाई है
ਪੋਲਨ ਟਿਊਬ ਵਿੱਚ ਜਿਹੜਾ क्वेश्चन होंगे भी पोलन ट्यूब में सब तो पहला केड़ा सैल जाता है, केड़ा न्यूक्लियस आता है, कि वो ट्यूब न्यूक्लियस आते हैं कि मेल गमेट से आते हैं? तो आंसर रहेगा सब तो पहला जाता है ट्यूब न्यूक्लियस। उसके बाद ही की जाते हैं अपने को मेल गमेट के पिछे पिछे, ताकि वह है इस कंडीशन ट्यूब न्यूक्लियस आ गया, अपने बना दी है मेल गमेट्स। इसी की अपने को पोस्ट फर्टिलाइजेशन पोस्ट पोलिनेशन डेवलपमेंट हो, ठीक है। पोस्ट पोलिनेशन डेवलपमेंट में क्या हो रही है, पोलन ट्यूब फॉर्मेशन कितने तक जाएगी ये, जितने अपने को क्या ओव्यूल। तो ये सीगा आज का लेक्चर। सो थैंक यू। आप आज पढ़े माइक्रो गैमेटोजेनेसिस ते कुछ टर्म्स जिमें कि लार्जेस्ट पोलन, लॉन्गेस्ट पोलन, स्मॉलेस्ट पोलन, ठीक है जी। पोलन वायबिलिटी बारे में पढ़ चुके हैं अपन ने। पोलन पिस्टल इंटरेक्शन बारे भी पढ़े, पोलन पिस्टल इंटरेक्शन मतलब कि अगर पोलन सेम स्पीशीज होगा पिस्टल के नाल दा तैन ही अपने को पोलन ट्यूब बनेगी, अगर अलग स्पीशीज होगा तो नहीं बनेगी। सेम स्पीशीज वाला ही पोलन उन्होंने फर्टिलाइज कर सकते, दूसरा नहीं। अपने पोलिनेशन बारे भी थोड़ा कुछ पढ़ा सी। पोलिनेशन होता है ट्रांसफर ऑफ पोलन ग्रेन फ्रॉम एंथर टू द स्टिग्मा ऑफ द फ्लावर। थैंक यू वेरी मच।